ਸਤਿ ਸ਼੍ਰੀ ਅਕਾਲ ਵਨ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡਾ ਰਮਨ ਬਾਜਵਾ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਹੈਡਲਾਈਨਸ ਤੇ। ਫੈਡਰਲ ਸਰਕਾਰ ਵਿੱਚ ਭਾਰਤੀ ਮੂਲ ਦੇ ਮਨਿੰਦਰ ਸਿੱਧੂ ਬਣੇ ਸੰਸਦੀ ਸਕੱਤਰ। ਇੰਡੋ ਕੈਨੇਡੀਅਨ ਸਾਂਸਦ ਕਮਲ ਖੇਰਾ ਦੀ ਜਗ੍ਹਾ ਤੇ ਨਿਯੁਕਤੀ। ਮਨਿੰਦਰ ਸਿੱਧੂ ਤੋਂ ਇਲਾਵਾ 3 ਹੋਰ ਭਾਰਤੀਆਂ ਨੇ ਕੈਬਨਿਟ ਵਿੱਚ ਬਣਾਈ ਜਗ੍ਹਾ। ਨਸਲਵਾਦ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਤੇ ਸਨਮਾਨ ਸਮਾਰੋਹ। ਬੀਸੀ ਦੇ 5 ਵਿਅਕਤੀਆਂ ਨੂੰ ਮਲਟੀ ਕਲਚਰਿਜ਼ਮ ਐਂਡ ਐਂਟੀ ਰੇਜ਼ਮ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ। ਗੁਰਦੁਆਰਾ ਸਾਹਿਬ ਸੁਖ ਸਾਗਰ ਨਿਊ ਵੈਸਟ ਮਾਨ ਭਾਈ ਹਰਪਤ ਸਿੰਘ ਅਟਵਾਲ ਮਲਟੀ ਕਲਚਰਿਜ਼ਮ ਐਂਡ ਨਸਲਿਜ਼ਮ ਐਵਾਰਡ 2021 ਨਾਲ ਸਨਮਾਨਿਤ ਅਤੇ ਹਰਮਨ ਸਿੰਘ ਪੰਡੇਰ ਬੀਸੀ ਮਲਟੀ ਕਲਚਰਿਜ਼ਮ ਐਂਡ ਐਂਟੀ ਰੇਜ਼ਮ ਐਵਾਰਡ ਨਾਲ ਹੋਏ ਸਨਮਾਨਿਤ। ਕੈਨੇਡਾ ਵਿੱਚ ਇਸ ਹਫ਼ਤੇ ਅਮਰੀਕਾ ਤੋਂ ਆ ਸਕਦੀਆਂ ਨੇ ਐਸਟਰਾਜੈਨਕਾ ਵੈਕਸੀਨ ਦੀਆਂ ਡੋਜ਼। ਫੈਡਰਲ ਮਿਨਿਸਟਰ ਅਨੀਤਾ ਆਨੰਦ ਨੇ ਦੱਸਿਆ 1.5 ਮਿਲੀਅਨ ਡੋਜ਼ ਦੀ ਹੋਵੇਗੀ ਸਪਲਾਈ। ਸਟੈਟਿਕਸ ਆਫ ਕੈਨੇਡਾ ਦੇ ਅਨੁਸਾਰ ਲਗਭਗ ਸਾਰੇ ਕੈਨੇਡੀਅਨ ਕੋਰੋਨਾ ਸੰਬੰਧੀ ਹਾਸਲ ਕਰ ਰਹੇ ਨੇ ਗਲਤ ਜਾਣਕਾਰੀ। ਅਜਿਹਾ ਕਰਨਾ ਉਹਨਾਂ ਲਈ ਹੋ ਸਕਦਾ ਹੈ ਘਾਤਕ ਸਾਬਿਤ। ਤੇ ਕੌਮਾਂਤਰੀ ਪੱਧਰ ਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਬ੍ਰਿਟਿਸ਼ ਨਾਗਰਿਕ ਕਿਸ਼ਨ ਸਿੰਘ ਭਾਰਤ ਹਵਾਲੇ। ਮੈਟਰੋਪੋਲੀਟਨ ਪੁਲਿਸ ਨੇ ਭਾਰਤ ਤੋਂ ਯੂਕੇ ਗਈ ਟੀਮ ਨੂੰ ਸੌਂਪਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਮੂਲ ਦੇ ਮਨਿੰਦਰ ਸਿੱਧੂ ਨੂੰ ਸੰਸਦੀ ਸਕੱਤਰ ਬਣਾਇਆ, ਜੋ ਕਿ ਅੰਤਰਰਾਸ਼ਟਰੀ ਵਿਕਾਸ ਮੰਤਰੀ ਕ੍ਰੀਨ ਗੋਲ ਦੇ ਸੰਸਦੀ ਸਕੱਤਰ ਨੇ। ਸਿੱਧੂ ਸਾਲ 2019 ਦੇ ਅਕਤੂਬਰ ਮਹੀਨੇ ਬਰੈਂਪਟਨ ਇਸ ਤੋਂ ਪਹਿਲੀ ਵਾਰ ਹਾਊਸ ਆਫ ਕਾਮਨਸ ਲਈ ਚੁਣੇ ਗਏ ਸਨ। ਨਿਯੁਕਤੀ ਮਗਰੋਂ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਉਹ ਬੇहद ਖੁਸ਼ ਨੇ ਸਨਮਾਨ ਪਾ ਕੇ। ਮਨਿੰਦਰ ਸਿੱਧੂ ਨੇ ਇੰਡੋ ਕੈਨੇਡੀਅਨ ਸਾਂਸਦ ਕਮਲ ਖੇਰਾ ਦੀ ਜਗ੍ਹਾ ਲਈ ਹੈ। ਸਿੱਧੂ ਮੂਲ ਰੂਪ ਨਾਲ ਪੰਜਾਬ ਦੇ ਰਹਿਣ ਵਾਲੇ ਨੇ ਅਤੇ ਯੂਨੀਵਰਸਿਟੀ ਆਫ ਵਾਟਰਲੂ ਤੋਂ ਉਹਨਾਂ ਨੇ ਪੜ੍ਹਾਈ ਕੀਤੀ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਕਸਟਮ ਬ੍ਰੋਕਰੇਜ ਬਿਜ਼ਨਸ ਕਰਦੇ ਸਨ। ਟਰੂਡੋ ਦੀ ਕੈਬਨਿਟ ਵਿੱਚ ਸਿੱਧੂ ਤੋਂ ਇਲਾਵਾ 3 ਹੋਰ ਭਾਰਤੀ ਮੂਲ ਦੇ ਕੈਨੇਡੀਅਨ ਵਿਅਕਤੀਆਂ ਦੀ ਨਿਯੁਕਤੀ ਹੋਈ ਹੈ। ਇਹਨਾਂ ਵਿੱਚ ਰੱਖਿਆ ਮੰਤਰੀ ਹਰਜੀਤ ਸੱਜਣ, ਜਨਤਕ ਸੇਵਾ ਅਤੇ ਖਰੀਦ ਮੰਤਰੀ ਅਨੀਤਾ ਆਨੰਦ ਅਤੇ ਵਿਭਿੰਨਤਾ ਸਮਾਵੇਸ਼ ਤੇ ਨੌਜਵਾਨ ਮੰਤਰੀ ਬਾਦਿਸ਼ ਚਾਗਰ ਸ਼ਾਮਿਲ ਹੈ। ਇਸ ਸੰਬੰਧ ਵਿੱਚ ਜਸਟਿਨ ਟਰੂਡੋ ਵੱਲੋਂ ਟਵੀਟ ਕਰਕੇ ਕਿਹਾ ਗਿਆ ਕਿ ਸੰਸਦੀ ਸਕੱਤਰ ਕੈਨੇਡਾ ਦੇ ਲੋਕਾਂ ਲਈ ਵਾਸਤਵਿਕ ਸਕਾਰਾਤਮਕ ਨਤੀਜੇ ਦੇਣ ਲਈ ਮੰਤਰੀਆਂ ਦਾ ਸਮਰਥਨ ਕਰਦੇ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਸ ਟੀਮ ਦਾ ਤਜਰਬਾ, ਕੰਮ ਦੇ ਪ੍ਰਤੀ ਇਮਾਨਦਾਰੀ ਅਤੇ ਕੌਸ਼ਲ ਉਨ੍ਹਾਂ ਨੂੰ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਮਦਦ ਕਰੇ। ਨਾਲ ਹੀ ਕੈਨੇਡਾ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗਾ ਤੇ ਇੱਕ ਨਵੇਂ ਕੈਨੇਡਾ ਦਾ ਨਿਰਮਾਣ ਕਰੇਗਾ। ਇਸ ਤੋਂ ਇਲਾਵਾ ਕੈਬਨਿਟ ਵਿੱਚ ਆਰਿਫ ਵਿਰਾਨੀ ਕੈਨੇਡਾ ਦੇ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਦੇ ਸੰਸਦੀ ਸਕੱਤਰ ਨੇ। ਅੰਤਰਰਾਸ਼ਟਰੀ ਦਿਵਸ ਦੇ ਮੌਕੇ ਤੇ ਬੀਸੀ ਮਲਟੀ ਕਲਚਰਿਜ਼ਮ ਐਂਡ ਐਂਟੀ ਰੇਜ਼ਮ ਐਵਾਰਡ ਪ੍ਰਦਾਨ ਕਰਨ ਲਈ ਇੱਕ ਵਰਚੁਅਲ ਸਨਮਾਨ ਸਮਾਰੋਹ ਕਰਾਇਆ ਗਿਆ। ਇਸ ਸਮਾਗਮ ਦੌਰਾਨ ਬੀਸੀ ਦੇ 5 ਵਿਅਕਤੀਆਂ ਨੂੰ ਮਲਟੀ ਕਲਚਰਿਜ਼ਮ ਐਂਡ ਐਂਟੀ ਰੇਜ਼ਮ ਐਵਾਰਡ ਦਿੱਤੇ ਗਏ। ਭਾਈ ਹਰਭਜਨ ਸਿੰਘ ਅਟਵਾਲ ਗੁਰਦੁਆਰਾ ਸਾਹਿਬ ਸੁਖ ਸਾਗਰ ਨਿਊ ਵੈਸਟ ਮਿਨਿਸਟਰ ਬੀਸੀ ਦੇ ਪ੍ਰਧਾਨ ਨੂੰ ਬੀਸੀ ਮਲਟੀ ਕਲਚਰਿਜ਼ਮ ਐਂਡ ਨਸਲਿਜ਼ਮ ਐਵਾਰਡ 2021 ਨਸਲੀ ਵਿਤਕਰੇ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਵਿਖੇ ਬੀਸੀ ਸਰਕਾਰ ਦੁਆਰਾ ਸਨਮਾਨਿਤ ਕੀਤਾ ਗਿਆ। ਅੰਤਰ ਸੱਭਿਆਚਾਰਕ ਵਿਸ਼ਵਾਸ ਅਤੇ ਸਮਝਦਾਰੀ ਦਾ ਨਿਰਮਾਣ ਕਰਨ ਲਈ ਅਤੇ ਭਾਈਚਾਰਿਆਂ ਦਰਮਿਆਨ ਨਸਲਵਾਦ ਅਤੇ ਨਫ਼ਰਤ ਨੂੰ ਘਟਾਉਣ ਲਈ ਕੀਤੇ ਗਏ ਸ਼ਾਨਦਾਰ ਕਾਰਜਾਂ ਲਈ ਦਿੱਤਾ ਜਾਣ ਵਾਲਾ ਬ੍ਰੇਕਿੰਗ ਬੈਰੀਅਰਸ ਐਵਾਰਡ ਇਸ ਸਾਲ ਸਟੈਫਨੀ ਐਲਨ ਵੈਨਕੂਵਰ ਅਤੇ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਇਲੈਕਟ੍ਰੀਕਲ ਵਰਕਰਸ ਲੋਕਲ ਕੈਂਪਸ ਨੂੰ ਦਿੱਤਾ ਗਿਆ। ਵਿਸਥਾਗਤ ਜਾਂ ਸੰਸਥਾਗਤ ਨਸਲਵਾਦ ਨਾਲ ਨਜਿੱਠਣ ਲਈ ਅਤੇ ਹਾਸ਼ੀਏ ਤੇ ਧੱਕੇ ਗਏ ਭਾਈਚਾਰਿਆਂ ਲਈ ਰੁਕਾਵਟਾਂ ਘਟਾਉਣ ਲਈ ਕੀਤੇ ਗਏ ਸ਼ਾਨਦਾਰ ਕਾਰਜਾਂ ਲਈ ਦਿੱਤਾ ਜਾਣ ਵਾਲਾ ਇੰਟਰਕਲਚਰਲ ਟਰਸਟ ਐਵਾਰਡ ਵਿਕਟੋਰੀਆ ਦੀ ਕੁਈਜ਼ ਸਾਲਤੋ ਲੋਸਾਰ ਰੋਜ਼ ਹੈਨਰੀ ਅਤੇ ਬਨਵੀ ਦੇ ਹਰਮਨ ਸਿੰਘ ਪੰਡੇਰ ਨੂੰ ਦਿੱਤਾ ਗਿਆ। 15 ਤੋਂ 30 ਸਾਲ ਦੀ ਉਮਰ ਦੇ ਇੱਕ ਨੌਜਵਾਨ ਵੱਲੋਂ ਅੰਤਰ ਸੱਭਿਆਚਾਰਕ ਵਿਸ਼ਵਾਸ ਦਾ ਨਿਰਮਾਣ ਕਰਨ ਲਈ, ਨਸਲਵਾਦ ਨਾਲ ਨਜਿੱਠਣ ਲਈ ਜਾਂ ਹਾਸ਼ੀਏ ਤੇ ਧੱਕੇ ਗਏ ਭਾਰਤੀਆਂ ਲਈ ਰੁਕਾਵਟਾਂ ਘਟਾਉਣ ਲਈ ਕੀਤੇ ਗਏ ਸ਼ਾਨਦਾਰ ਕਾਰਜ ਲਈ ਦਿੱਤਾ ਜਾਣ ਵਾਲਾ ਅਮਰਜਿੰਗ ਲੀਡਰ ਐਵਾਰਡ ਇਸ ਵਾਰ ਬਨਵੀ ਦੀ ਮੈਂਗਟੀ ਵੈਂਗ ਨੂੰ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰੀਮੀਅਰ ਜੌਨ ਹੋਰਗਨ ਨੇ ਕਿਹਾ ਕਿ ਸਾਡੀ ਸਰਕਾਰ ਉਹਨਾਂ ਬਹੁਤ ਸਾਰੇ ਬੀਸੀ ਨਿਵਾਸੀਆਂ ਦੇ ਨਾਲ ਖੜੀ ਹੈ ਜੋ ਨਸਲਵਾਦ ਦੇ ਵਿਰੁੱਧ ਸੰਘਰਸ਼ ਕਰ ਰਹੇ ਨੇ ਅਤੇ ਸੂਬੇ ਨੂੰ ਹਰ ਇੱਕ ਲਈ ਹੋਰ ਵਧੇਰੇ ਸਵਾਗਤਪੂਰਨ ਅਤੇ ਸਮਾਵੇਸ਼ੀ ਬਣਾ ਰਹੇ ਨੇ। ਪਾਰਲੀਮਾਨੀ ਸਕੱਤਰ ਰਚਨਾ ਸਿੰਘ ਨੇ ਨਸਲਵਾਦ ਦੇ ਵਿਰੁੱਧ ਖੜੇ ਹੋਣ ਅਤੇ ਆਪਸੀ ਸਮਝਦਾਰੀ ਦਾ ਸਮਰਥਨ ਕਰਨ ਲਈ ਕੀਤੇ ਸ਼ਾਨਦਾਰ ਕੰਮ ਲਈ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਪਹਿਲਾਂ ਨਾਲੋਂ ਵੀ ਹੋਰ ਜ਼ਿਆਦਾ ਨਸਲਵਾਦ ਨੂੰ ਉਜਾਗਰ ਕਰਨਾ ਚਾਹੀਦਾ ਹੈ ਤੇ ਉਸ ਅਸਹਿਜ ਸੱਚਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ ਜੋ ਬੀਸੀ ਵਿੱਚ ਮੌਜੂਦ ਹੈ। ਆਪਸੀ ਸਹਿਯੋਗ ਨਾਲ ਹੀ ਅਸੀਂ ਇੱਕ ਸਥਾਈ ਤਬਦੀਲੀ ਲਿਆ ਸਕਦੇ ਹਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਫ਼ਰਤ ਅਤੇ ਭੇਦਭਾਵ ਤੋਂ ਮੁਕਤੀ ਦਿਵਾ ਸਕਦੇ ਹਾਂ। ਬਰੈਂਪਟਨ ਦੇ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਪੀਲ ਪੁਲਿਸ ਦੇ ਸਹਿਯੋਗ ਨਾਲ ਟਰੱਕਿੰਗ ਖਿੱਤੇ ਨਾਲ ਜੁੜੇ ਲੋਕਾਂ ਲਈ ਇੱਕ ਵਰਚੁਅਲ ਮੀਟਿੰਗ ਰੱਖੀ ਗਈ, ਜਿਸ ਵਿੱਚ ਟਰੱਕਿੰਗ ਅਤੇ ਲੌਜਿਸਟਿਕ ਉਦਯੋਗ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕਰਦਿਆਂ ਉਨ੍ਹਾਂ ਦੇ ਹੱਲ ਲਈ ਸੁਝਾਅ ਪੇਸ਼ ਕੀਤੇ ਗਏ।
ਟਾਊਨ ਹਾਲ ਜੋ ਆਪਣੀ ਕਿਸਮ ਦਾ ਸਭ ਤੋਂ ਪਹਿਲਾ ਉਦਯੋਗ ਹੈ ਦੇ ਅੰਦਰ ਸੁਰੱਖਿਆ ਦਾ ਮੁੱਦਾ ਮੁੱਖ ਤੌਰ ਤੇ ਟਰੱਕਾਂ ਤੇ ਕੇਂਦਰਿਤ ਰਿਹਾ। ਕੌਂਸਲਰ ਢਿੱਲੋਂ ਨੇ ਦੱਸਿਆ ਕਿ ਪੀਲ ਦੇ ਖੇਤਰ ਵਿੱਚ ਨਵੀਂ ਟਰੱਕਿੰਗ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਜਾਏਗਾ। ਉਦਯੋਗ ਅਤੇ ਸਰਕਾਰ ਦੇ ਵੱਖ-ਵੱਖ ਪੱਧਰਾਂ ਤੇ ਇਹ ਟਾਊਨ ਹਾਲ ਉਦਯੋਗ ਨੂੰ ਜਾਗਰੂਕ ਕਰਨ ਦਾ ਇੱਕ ਮੌਕਾ ਸੀ ਕਿ ਕਿਵੇਂ ਉਹਨਾਂ ਦੇ ਟਰੱਕਾਂ ਦੀ ਬਿਹਤਰ ਸੁਰੱਖਿਆ ਕੀਤੀ ਜਾ ਸਕੇ। ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ, ਭਵਿੱਖ ਵਿੱਚ ਇਸ ਦੀ ਬਿਹਤਰੀ ਲਈ ਹੋਰ ਵੀ ਕਾਰਗਰ ਕਦਮ ਚੁੱਕੇ ਜਾਣਗੇ। ਕੈਨੇਡਾ ਦੇ ਫੈਡਰਲ ਮਿਨਿਸਟਰ ਅਨੀਤਾ ਆਨੰਦ ਨੇ ਦੱਸਿਆ ਕਿ ਇਸ ਹਫ਼ਤੇ USA ਤੋਂ ਐਸਟਰਾਜੈਨੇਕਾ ਵੈਕਸੀਨ ਦੀਆਂ ਖੇਪਾਂ ਮਿਲਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲਾਂ ਹੀ ਇਹ ਦੱਸ ਚੁੱਕੇ ਨੇ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ 1.5 ਮਿਲੀਅਨ ਵੈਕਸੀਨ ਦੇਣ ਦਾ ਭਰੋਸਾ ਦਿਵਾਇਆ, ਜਿਸ ਲਈ ਪ੍ਰਧਾਨ ਮੰਤਰੀ ਟਰੂਡੋ ਨੇ ਬਾਈਡਨ ਦਾ ਧੰਨਵਾਦ ਵੀ ਕੀਤਾ। Well, since the inauguration of the Biden administration, we have been continually discussing the possibility of some type of arrangement along these lines with them. We've been aided, of course, by our wonderful ambassador, Kirsten Hillman, and we've put a number of different scenarios on the table, and it's just wonderful that we're able to come to an arrangement for 1.5 million doses coming into this country before the end of March, meaning that we're going to have in total 9.5 million doses for Canadians here in Canada prior to the end of the month, and that is an acceleration of that original 6 million that we first talked about back in January. So that's wonderful news. 36.5 million doses before the end of June and 118 million doses before the end of September. I just got off the phone with the company discussing the arrival of these doses, and we are going to pick them up from the United States, and they should be arriving hopefully next week, but definitely before the end of the month. Well, of course, it's difficult for me as the procurement minister to know exactly what factors went into their decision making. Indeed, we know that they're giving 2.5 million doses to Mexico on the same type of arrangement. But what I think is so important from a Canadian perspective is that we have that 20 million dose contract in place with AstraZeneca already. And it's because of the existence of that contract that we're able to do an exchange transaction like this, whereby they're going to give us 1.5 million now, and in the future, when we have our 20 million doses coming in, we will return that amount to the US. And so it's really as a result of our diversified procurement approach that we're able to do a transaction like this. स्टैटिस्टिक्स कनाडा के अंकड़ों मुताबिक लगभग सारे कनेडियन ऑनलाइन कोविड-19 संबंधी गलत जानकारी हासिल करते हैं। उन्होंने दस्सिया कि 5 विचों सिर्फ एक नागरिक ही इस जानकारी की कोख करदा है। अजिहा करना उन्हां लई नुकसानदायक हो सकता है। कोविड-19 संबंधी हरेक तरह की जानकारी सही होना लाजमी है, भावें कि कोविड-19 वैक्सीन संबंधी ही क्यों ना होए। This pandemic especially seem to be very quick to share information because I think number one, people are desperate for information. They're looking to social media channels to access whatever information they can possibly get, as well as anything that's accessible language-wise, so easy to read and understand language. I think speed has a lot to do with it. Also, what I think another reason that people tend to do that is they tend to trust their sources, being friends and family, without actually thinking of double-checking the sources that their friends and family have share this information from. And so I think both of those things actually play towards people just very quickly sharing the information that they see without fact-checking it. Yeah, so some of the themes that we're seeing with people sharing misinformation, they tend to be around the vaccine. So things like microchips being present in the vaccines causing infertility in women, and also the mRNA vaccines causing changes to our DNA. So that has been one huge area where we're seeing a lot of misinformation being shared. There's also misinformation about whether or not masking works, whether or not physical distancing works, and a huge array of other types of misinformation that's currently being shared as well. And so number one, I would say it's really important for people to assess the source of the information. We just spoke about the fact that a lot of people may just be resharing what their friends and families have shared online without actually looking at the source of this information. Number two, I think it's also very important that people look at read beyond the headlines, that
they're seeing. So a lot of times people tend to reshare articles they've seen without actually reading the body of the actual article. They can also, they need to also assess the author. So you need to check who the author is, who's sharing this or creating and writing this content. ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ-19 ਨਾਲ ਪ੍ਰਭਾਵਿਤ ਨੌਜਵਾਨਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਵੱਡੀ ਗਿਣਤੀ ਵਿੱਚ ਨੌਜਵਾਨ ਬਿਮਾਰ ਵੀ ਹੋ ਰਹੇ ਨੇ ਤੇ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਨੇ। ਇਹ ਪ੍ਰਗਟਾਵਾ ਕਰਦਿਆਂ BC ਦੀ ਸੂਬਾਈ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਨੇ ਦੱਸਿਆ ਕਿ ਖਾਸ ਤੌਰ ਤੇ 20 ਤੋਂ 39 ਸਾਲ ਦੀ ਉਮਰ ਵਾਲੇ ਨੌਜਵਾਨਾਂ ਵਿੱਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਨੇ। ਡਾਕਟਰ ਹੈਨਰੀ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਦੱਸਿਆ ਕਿ ਪਿਛਲੇ 3 ਦਿਨਾਂ ਦੌਰਾਨ 1785 ਨਵੇਂ ਕੇਸ ਸਾਹਮਣੇ ਆਏ ਨੇ ਅਤੇ 16 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ BC ਵਿੱਚ ਇਸ ਵਾਇਰਸ ਦੇ 5290 ਐਕਟਿਵ ਕੇਸ ਨੇ। 303 ਲੋਕ ਹਸਪਤਾਲਾਂ ਵਿੱਚ ਦਾਖਲ ਨੇ, ਜਿਨ੍ਹਾਂ ਵਿੱਚੋਂ 80 ICU ਵਿੱਚ ਜ਼ੇਰੇ ਇਲਾਜ ਨੇ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਵਿੱਚ ਕੋਵਿਡ-19 ਦੇ ਨਵੇਂ ਵੈਰੀਐਂਟਸ ਦੇ 166 ਕੇਸ ਹੋਰ ਆਏ ਨੇ, ਜਿਨ੍ਹਾਂ ਵਿੱਚ 1240 ਕੇਸ UK ਵੈਰੀਐਂਟ ਦੇ ਨੇ ਅਤੇ 41 ਮਾਮਲੇ ਦੱਖਣੀ ਅਫਰੀਕਾ ਵੈਰੀਐਂਟ ਨਾਲ ਸੰਬੰਧਿਤ ਨੇ। ਵੈਕਸੀਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਵੈਕਸੀਨ ਦੀਆਂ 5,39,408 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਨੇ ਅਤੇ 87,161 ਲੋਕਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਦਿੱਤੀ ਜਾ ਚੁੱਕੀ ਹੈ। ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇ ਕੋਵਿਡ ਦੇ ਵੱਧ ਰਹੇ ਕੇਸਾਂ ਉੱਪਰ ਚਿੰਤਾ ਜ਼ਾਹਿਰ ਕਰਦਿਆਂ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਦੀ ਹੁਣ ਤੀਜੀ ਵੇਵ ਚੱਲ ਰਹੀ ਹੈ, ਜੋ ਕਿ ਖਤਰਨਾਕ ਹੈ। ਕੰਮਕਾਜ ਵਾਲੇ ਲੋਕਾਂ ਨੂੰ ਵੀ ਆਪਣੀ ਜੌਬ ਦੌਰਾਨ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਕੈਨੇਡੀਅਨ ਲੋਕਾਂ ਤੱਕ ਵੈਕਸੀਨੇਸ਼ਨ ਪਹੁੰਚ ਜਾਏਗੀ ਅਤੇ ਉਹਨਾਂ ਟਾਈਮ ਸਭ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਆਮ ਦੇਖਿਆ ਕਿ ਕੋਵਿਡ ਦੇ ਵਿੱਚ ਕਾਫੀ ਜ਼ਿਆਦਾ ਇਹਦੇ ਤੇ ਆਪਾਂ ਬਹੁਤ ਝੂਝ ਲਿਆ, ਇਹਦੇ ਤੇ ਬਹੁਤ ਪ੍ਰੋਬਲਮ ਆਈਆਂ। 1 ਸਾਲ ਤੋਂ ਵੀ ਉੱਤੇ ਹੋ ਚੱਲਿਆ। ਹੁਣ ਅੱਜ ਆਪਾਂ ਇਹਦੇ ਨਾਲ ਬਾਰ-ਬਾਰ ਲੜ ਰਹੇ ਹਾਂ। ਕਦੇ ਲੋਕਡਾਊਨ ਹੋ ਗਿਆ, ਕਦੇ ਫਿਰ ਖੁੱਲ ਗਿਆ, ਕਦੇ ਚੱਲਦਾ, ਪਰ ਹਲੇ ਵੀ ਆਪਾਂ ਇੱਕ ਇਹੋ ਜਿਹੇ ਦੌਰ ਦੇ ਵਿੱਚੋਂ ਨਿਕਲ ਰਹੇ ਜਦੋਂ ਹਲੇ ਸਾਨੂੰ ਪਤਾ ਨਹੀਂ ਕਿ ਕਿੰਨਾ ਚਿਰ ਹੋਰ ਲੱਗਣਾ। ਹਲੇ ਕਾਫੀ ਜ਼ਿਆਦਾ ਇਹਦੇ ਵਿੱਚ ਪ੍ਰੋਬਲਮਸ ਆ ਰਹੀਆਂ। ਦੇਖਣ ਦੀ ਲੋੜ ਇਹ ਹੈਗੀ ਆ ਸਾਨੂੰ ਕਿ ਅਸੀਂ ਆਪਣੇ ਤੌਰ ਤੇ ਕੀ ਕਰ ਰਹੇ ਹਾਂ। ਅਸੀਂ ਆਪਣੇ ਆਪ ਨੂੰ ਬਚਾਉਣ ਲਈ, ਅਸੀਂ ਆਪਣੀ ਕਮਿਊਨਿਟੀਜ਼ ਨੂੰ ਬਚਾਉਣ ਲਈ, ਆਪਣੇ ਆਲੇ ਦੁਆਲੇ ਦੇ ਸਾਰੇ ਸਾਥੀਆਂ ਨੂੰ ਬਚਾਉਣ ਲਈ ਕੀ ਅਸੀਂ ਉਪਰਾਲੇ ਕਰ ਰਹੇ ਹਾਂ। ਜਿਹੜਾ ਕਿ ਇੱਕ ਦਿਨ ਤੋਂ ਪਹਿਲੇ ਦਿਨ ਤੋਂ ਡਾਕਟਰਸ, ਸਪੈਸ਼ਲਿਸਟ ਸਾਰਿਆਂ ਨੇ ਇਹ ਹਦਾਇਤਾਂ ਦਿੱਤੀਆਂ ਸੀਗੀਆਂ ਕਿ ਆਪਾਂ ਡਿਸਟੈਂਸ ਮੇਨਟੇਨ ਕਰਨਾ, ਆਪਾਂ ਮਾਸਕ ਲਾਉਣਾ ਆ, ਹੱਥ ਧੋਣੇ ਬਾਰ-ਬਾਰ, ਔਰ ਜੇ ਨਹੀਂ ਲੋੜ ਪੈਂਦੀ ਬਾਹਰ ਨਾ ਜਾਓ ਤਾਂ ਬਹੁਤ ਜ਼ਰੂਰੀ ਆ ਕਿ ਇੱਕ ਦੂਜੇ ਤੋਂ ਇhtiyat ਕੀਤੀ ਜਾਵੇ ਤਾਂ ਜੋ ਅਸੀਂ ਇਹ ਹੱਲੇ ਵੀ ਉਹ ਜਿਹੜੀਆਂ ਪੁਰਾਣੀਆਂ ਸਾਰੀਆਂ ਦੀਆਂ ਸਾਰੀਆਂ ਇੱਥੇ ਚੱਲਦੀਆਂ ਔਰ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣੀਆਂ ਚਾਹੀਦੀਆਂ। ਅੱਜ ਦੇ ਦਿਨ 'ਚ ਬੇਸ਼ੱਕ ਲੇਟ ਆ ਆਪਾਂ ਬਾਕੀ ਕੰਟਰੀਆਂ ਦੇ ਨਾਲੋਂ, ਕਈਆਂ ਕੰਟਰੀਆਂ ਨਾਲੋਂ, ਪਰ ਫਿਰ ਵੀ ਜਿੱਦਾਂ ਸ਼ੁਰੂ ਹੋ ਗਿਆ ਵੈਕਸੀਨੇਸ਼ਨ ਤੇ ਆਸ ਹੋਈ ਹੈਗੀ ਆ ਕਿ ਛੇਤੀ ਆਪਾਂ ਨੂੰ ਵੀ ਸਾਰਿਆਂ ਨੂੰ ਹੌਲੀ-ਹੌਲੀ ਮਿਲਣ ਲੱਗ ਪੈਣਗੇ। ਇਹਦੇ ਨਾਲ ਕੀ ਆ ਕਿ ਜਿੰਨਾ ਚਿਰ ਆਪਾਂ ਨੂੰ ਨਹੀਂ ਆਉਂਦੇ, ਵੈਕਸੀਨੇਸ਼ਨ ਆਪਣੇ ਨਹੀਂ ਲੱਗਦਾ, ਉਨਾ ਚਿਰ ਇੱਕ ਵਾਰੀ ਫਿਰ ਇhtiyat ਰੱਖਣ ਦੀ ਬਹੁਤ ਜ਼ਰੂਰਤ ਆ। ਕੋਈ ਸ਼ੱਕ ਨਹੀਂ, ਆਪਾਂ ਨੂੰ ਨੁਕਸਾਨ ਬਹੁਤ ਹੋ ਰਿਹਾ, ਬਹੁਤ ਬਿਜ਼ਨੈਸਿਸ ਬੰਦ ਹੋ ਰਹੇ ਆ, ਬਹੁਤ ਕੰਮਾਂ ਦੇ ਉੱਤੇ ਸਾਨੂੰ ਨੁਕਸਾਨ ਹੋ ਗਿਆ। ਸਭ ਕੁਝ ਹੁੰਦੇ ਹੋਏ ਵੀ ਆਪਾਂ ਦੇਖਣਾ ਇਹ ਆ ਕਿ ਅਸੀਂ ਕੋਵਿਡ ਦੇ ਨਾਲ ਹੱਲੇ ਵੀ ਕਿੱਦਾਂ ਆਪਾਂ ਲੜਨਾ ਆ ਔਰ ਇਹ ਲੜਾਈ ਆਪਣੀ ਜਾਰੀ ਰੱਖਣੀ ਆ। ਹਿਊਮੈਨਿਟੀ ਵੈਲਫੇਅਰ ਕਲੱਬ ਵਿਨੀਪੈਗ ਵੱਲੋਂ ਕੈਨੇਡੀਅਨ ਬਲੱਡ ਸਰਵਿਸਿਜ਼ ਦੇ ਸਹਿਯੋਗ ਨਾਲ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਵਿਨੀਪੈਗ ਦੇ ਵੱਖ-ਵੱਖ ਖੇਤਰਾਂ ਦੇ ਲੋਕ ਉਤਸ਼ਾਹ ਨਾਲ ਸ਼ਾਮਿਲ ਹੋਏ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਕੀਤਾ। ਇਸ ਮੌਕੇ ਕਲੱਬ ਦੇ ਨੁਮਾਇੰਦਿਆਂ ਨੇ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ, ਭ੍ਰਿਸ਼ਟਾਚਾਰ, ਭਰੂਣ ਹੱਤਿਆ ਤੇ ਨੌਜਵਾਨਾਂ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਕੈਂਪ ਦੇ ਪ੍ਰਬੰਧਾਂ ਵਿੱਚ ਦਲਜੀਤ ਸਿੰਘ ਕੈਂਥ, ਰੂਪ ਸਿੰਘ, ਹਰਪ੍ਰੀਤ ਸਿੰਘ, ਰਮਨਦੀਪ ਸਿੰਘ, ਸੁਖਪਾਲ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਕਲੱਬ ਵੱਲੋਂ ਵਲੰਟੀਅਰਸ ਦਾ ਧੰਨਵਾਦ ਵੀ ਕੀਤਾ ਗਿਆ। ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਵਰਚੁਅਲ ਨੀਤੀ ਸੰਮੇਲਨ ਦੇ ਆਖਰੀ ਦਿਨ ਪ੍ਰਸ਼ਨ ਉੱਤਰ ਸੈਸ਼ਨ ਦੌਰਾਨ ਡੈਲੀਗੇਟਾਂ ਦੇ ਪ੍ਰਸ਼ਨਾਂ ਦਾ ਜਵਾਬ ਦਿੱਤਾ। ਸੰਮੇਲਨ ਵਿੱਚ ਕੀਤੇ ਗਏ ਨੀਤੀਗਤ ਤੋਂ ਅਗਲੀਆਂ ਫੈਡਰਲ ਚੋਣਾਂ ਦੇ ਪਲੇਟਫਾਰਮ ਦਾ ਆਧਾਰ ਬਣਨ ਦੀ ਉਮੀਦ ਜਤਾਈ ਹੈ, ਜਿਸ ਬਾਰੇ ਰਾਜਨੀਤਿਕ ਨਿਰੀਖਕਾਂ ਦਾ ਅਨੁਮਾਨ ਹੈ ਕਿ ਬਸੰਤ ਦੇ ਸ਼ੁਰੂ ਵਿੱਚ ਜਲਦੀ ਸ਼ੁਰੂ ਹੋ ਸਕਦਾ ਹੈ। For the question, and it's great to be back with you, Leslyn and Archie. We need to grow this party. We need to make sure that we include more people in our mission to get the economy back on track, to secure our future. That means new Canadians, many of whom have been attacked by Mr. Trudeau
as business cheats if they're a small business owner. So many small business owners in the lower mainland of BC, the Greater Toronto area where I'm a member of Parliament, businesses are in crisis. They're unsure about the future. We have to have a plan to save Main Street, as I said. And in the same approach, we will grow support with new Canadians sharing our values as Conservatives to get the economy back on track, 1 million jobs in the next year, and make sure that all Canadians know we deserve an ethical and competent government in Ottawa. That is what we will offer. And Emma, more new Canadians, more women, Indigenous Canadians, people from all walks of life, you're welcome in the Conservative Party, and we need your help to get the country back on track. Thank you, Mr. O'Toole. Listen, you got a question. Yes, great answer. So for the next question, we're going to Langford, and we have Moish, and he asks, what is your response to the failure of the climate change resolution? Well, thanks, Moish. It's an important question. The debate is over. Climate change is real. And the Conservatives, we will have a serious and comprehensive plan on climate change to reduce emissions in the next election. It's important to me as a father of young children, as a member of Parliament. Climate change and fighting it is important to the Conservative Party of Canada. Je vais répéter en français aussi parce que moi, c'est une question importante, primordiale, parce que les changements climatiques est une menace pour notre société. ਸੁਰੱਖਿਆ ਦਸਤੇ ਅਤੇ ਪੁਲਿਸ ਫੋਰਸ ਵੱਲੋਂ ਸੁਰੱਖਿਆ ਮੁਹੱਈਆ ਕਰਾਉਣ ਅਤੇ ਸੈਲਫ ਸੁਰੱਖਿਆ ਲਈ ਵੱਖੋ-ਵੱਖਰੀਆਂ ਤਕਨੀਕਾਂ ਅਪਣਾਈਆਂ ਜਾਂਦੀਆਂ ਨੇ। RCMP ਵੱਲੋਂ ਵੀ ਕੈਰੋਟਿਡ ਕੰਟਰੋਲ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚ ਗਰਦਨ ਨੂੰ ਅਜਿਹੇ ਤਰੀਕੇ ਨਾਲ ਫੜਿਆ ਜਾਂਦਾ ਹੈ ਜਿਸ ਨਾਲ ਬੇਹੋਸ਼ੀ ਦੀ ਹਾਲਤ ਪੈਦਾ ਹੋ ਜਾਂਦੀ ਹੈ। ਪਿਛਲੇ ਸਾਲ ਸੁਰੱਖਿਆ ਦੀ ਸਮੀਖਿਆ ਤੋਂ ਬਾਅਦ ਵੀ RCMP ਇਸ ਤਕਨੀਕ ਦੀ ਵਰਤੋਂ ਕਰ ਰਹੀ ਹੈ, ਜਿਸ ਬਾਰੇ ਪੁਲਿਸ ਅਧਿਕਾਰੀਆਂ ਨੇ ਵਿਚਾਰ ਵਟਾਂਦਰਾ ਕੀਤਾ। Carotid control is at the very end of the continuum in the most lethal part of our intervention model, and that is when a member of the public or a member of the police is faced with grievous or bodily harm. And it's right at the same location as our firearm would be. It's when something serious or death or bodily harm is going to happen. It's dangerous from a physiological perspective. It's also dangerous from a public relations perspective, as you alluded to. You know, the public seems to have a particular issue with this maneuver, especially in the light of the issue in Minneapolis with the murder of George Floyd. And so there's a lot of spotlight on it, a lot of attention, and there's a lot more effective techniques for gaining control over somebody. 4 ਵਿਦਿਆਰਥੀਆਂ ਦੇ COVID-19 ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਫ੍ਰੈਂਚ ਲੈਂਗੁਏਜ ਕੈਥੋਲਿਕ ਐਲੀਮੈਂਟਰੀ ਸਕੂਲ ਅਪ੍ਰੈਲ ਦੇ ਸ਼ੁਰੂ ਤੱਕ ਬੰਦ ਰਹੇਗਾ। ਪਿਛਲੇ 2 ਹਫ਼ਤਿਆਂ ਵਿੱਚ 4 ਵਿਦਿਆਰਥੀਆਂ ਦੇ COVID-19 ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਐਤਵਾਰ ਨੂੰ ਬੋਰਡ ਨੇ ਫੈਸਲਾ ਕੀਤਾ ਕਿ ਮਿਸੀਸਾਗਾ ਦੇ EEC ਰੈਨੋ ਲੈਮਰਕ ਸਕੂਲ ਵਿੱਚ ਸੋਮਵਾਰ ਤੋਂ ਇਨ ਪਰਸਨ ਕਲਾਸਾਂ ਨਹੀਂ ਲਗਾਈਆਂ ਜਾਣਗੀਆਂ। ਬੋਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ CSC ਮੋਨੋਵੇਲ ਤੇ ਪੀਲ ਪਬਲਿਕ ਹੈਲਥ ਯੂਨਿਟ ਵੱਲੋਂ ਆਪਸੀ ਪੱਧਰ ਉੱਤੇ ਸਕੂਲ ਨੂੰ ਹਾਲ ਦੀ ਘੜੀ ਨਾ ਖੋਲ੍ਹਣ ਦਾ ਫੈਸਲਾ ਲਿਆ ਗਿਆ। ਇਹ ਵੀ ਦੱਸਿਆ ਗਿਆ ਕਿ ਸਕੂਲ ਬੰਦ ਰਹਿਣ ਦੌਰਾਨ ਵਿਦਿਆਰਥੀ ਵਰਚੁਅਲ ਲਰਨਿੰਗ ਜਾਰੀ ਰੱਖਣਗੇ। ਸਕੂਲ 6 ਅਪ੍ਰੈਲ ਤੋਂ ਇਨ ਪਰਸਨ ਲਰਨਿੰਗ ਲਈ ਮੁੜ ਖੋਲ੍ਹਿਆ ਜਾਏਗਾ। ਸ਼ੁੱਕਰਵਾਰ ਸਵੇਰ ਤੱਕ ਓਨਟਾਰੀਓ ਦੇ ਸਕੂਲਾਂ ਵਿੱਚ COVID-19 ਦੇ 1700 ਐਕਟਿਵ ਮਾਮਲੇ ਪਾਏ ਗਏ। ਇਹਨਾਂ ਵਿੱਚੋਂ 1400 ਵਿਦਿਆਰਥੀਆਂ ਵਿੱਚ ਮਿਲੇ ਨੇ। ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਈਡਨ ਲਈ ਚੁਣੌਤੀ ਸਾਬਿਤ ਹੋ ਰਹੀ ਹੈ। ਹੁਣ ਵਾਈਟ ਹਾਊਸ ਨੇ ਕਾਰਵਾਈ ਕਰਦੇ ਭੰਗ ਵਰਗੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਆਪਣੇ 5 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਹੈ। ਦਰਅਸਲ ਭੰਗ ਦੀ ਵਰਤੋਂ ਦਾ ਮੁੱਦਾ ਰਾਸ਼ਟਰਪਤੀ ਜੋ ਬਾਈਡਨ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ, ਕਿਉਂਕਿ ਵਾਸ਼ਿੰਗਟਨ DC ਸਮੇਤ 15 ਸੂਬਿਆਂ ਨੇ ਮਨੋਰੰਜਨ ਲਈ ਇਸ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਰੱਖੀ ਹੈ। ਉੱਥੇ ਯੂਰਪੀਅਨ ਸਰਕਾਰ ਨੇ ਇਸ ਤੇ ਰੋਕ ਲਗਾਈ ਹੋਈ ਹੈ। ਹਾਲਾਂਕਿ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਲਈ ਵਾਈਟ ਹਾਊਸ ਨੇ ਸਫਾਈ ਦਿੱਤੀ ਹੈ ਕਿ ਇਸ ਦਾ ਕਾਰਨ ਸਿਰਫ ਭੰਗ ਹੀ ਨਹੀਂ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਾਕੀ ਨੇ ਕਿਹਾ ਕਿ ਸਿਰਫ ਭੰਗ ਦਾ ਇਸਤੇਮਾਲ ਕਰਨ ਦੇ ਚੱਲਦੇ ਹੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਗਿਆ, ਸਗੋਂ ਇਸ ਦੇ ਪਿੱਛੇ ਹੋਰ ਵੀ ਕਾਰਨ ਰਹੇ ਨੇ। ਹਾਲਾਂਕਿ ਉਹਨਾਂ ਨੇ ਬਾਕੀ ਕਾਰਨਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਫਾਊਂਡਰ ਐਂਡ CEO ਆਫ ਹੋਰਜੇ ਹੈਲਥ ਐਂਡ ਵੈਲਨੈਸ ਸੈਂਟਰ ਟੈਕਸਸ ਹਿਊਸਟਨ ਡਾਕਟਰ ਸਟੀਵਨ ਹੋਰਜੇ ਨੇ COVID-19 ਵੈਕਸੀਨ ਬਾਰੇ ਵੱਡਾ ਖੁਲਾਸਾ ਕੀਤਾ ਹੈ, ਜਿਸ ਵਿੱਚ ਉਹਨਾਂ ਫਾਰਮਾਸਿਊਟੀਕਲ ਕੰਪਨੀ ਦੁਆਰਾ ਬਣਾਈ ਜਾ ਰਹੀ COVID-19 ਵੈਕਸੀਨ ਦੀ ਪ੍ਰਮਾਣਿਕਤਾ ਨੂੰ ਲੈ ਕੇ ਸਵਾਲ ਚੁੱਕੇ ਨੇ। ਆਓ ਸੁਣਦੇ ਹਾਂ। Hello, I'm Dr. Steve Hotze, founder and CEO of the Hotze Health and Wellness Center in Houston, Texas.
The so-called COVID-19 vaccine is not a vaccine at all. It's a dangerous experimental gene therapy. The Center for Disease Control, the CDC, gives the definition of the term vaccine on its website. A vaccine is a product that stimulates a person's immune system to produce immunity to a specific disease. Immunity is the protection from an infectious disease. If you are immune to a disease, you can be exposed to it without becoming infected. This so-called COVID-19 vaccine does not provide any individual who receives the vaccine with immunity to COVID-19, nor does it prevent the spread of the disease. It does not meet the CDC's own definition of a vaccine. That's why it's a deceptive trade practice under 15 U.S. Code Section 41 of the Federal Trade Commission for pharmaceutical companies who are producing this experimental gene therapy to claim that it's a vaccine. These pharmaceutical companies are lying to the public. The government health bureaucrats are also lying to the public by calling this treatment a vaccine. This COVID-19 experimental gene therapy is only designed to minimize your symptoms if you were to be infected with the COVID-19 virus. Let me re-emphasize that this COVID-19 experimental gene therapy does not meet the CDC's own definition of what a vaccine is. It does not provide immunity or prevent the spread of the disease. By referring to this therapy as a vaccine, the pharmaceutical companies are attempting to shield themselves because vaccine injuries or deaths are exempted by law from any product liability lawsuits. The United States health bureaucrats initiated Operation Warp Speed to fast-track the so-called COVID-19 vaccine. On December 11, 2020, the FDA approved the Pfizer vaccine, and Moderna's vaccine was approved just a week later. Now, these so-called vaccines were approved without any published animal studies and without any long-term human studies. This means that individuals who get these so-called experimental gene therapy vaccine treatments are the guinea pigs. That's right. Humans will be the guinea pigs. These so-called vaccines, which are manufactured using cells derived from human babies that were aborted in the 1970s, should more accurately be called experimental gene therapy. ਚੀਨ ਵਿੱਚ ਜਾਸੂਸੀ ਦੇ ਦੋਸ਼ ਵਿੱਚ 2 ਸਾਲ ਪਹਿਲਾਂ ਗ੍ਰਿਫਤਾਰ ਕੀਤੇ ਗਏ ਕੈਨੇਡਾ ਦੇ ਇੱਕ ਨਾਗਰਿਕ ਖਿਲਾਫ ਹੁਣ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਈ ਹੈ। ਕੈਨੇਡਾ ਵਿੱਚ ਦਿੱਗਜ ਚੀਨੀ ਟੈਲੀਕਾਮ ਕੰਪਨੀ ਹੁਵੇਈ ਦੇ ਇੱਕ ਸੀਨੀਅਰ ਅਧਿਕਾਰੀ ਦੀ ਗ੍ਰਿਫਤਾਰੀ ਦੇ ਜਵਾਬ ਵਿੱਚ ਚੀਨ ਵਿੱਚ 2 ਕੈਨੇਡੀਅਨ ਨਾਗਰਿਕਾਂ ਨੂੰ ਜਾਸੂਸੀ ਦੇ ਦੋਸ਼ਾਂ ਵਿੱਚ ਫੜਿਆ ਗਿਆ ਸੀ। ਦੋਹਾਂ ਖਿਲਾਫ ਮੁਕੱਦਮੇ ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਸਾਬਕਾ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਬਰਿਗ ਮਾਮਲੇ ਦੀ ਸੁਣਵਾਈ ਬੀਜ਼ਿੰਗ ਦੀ ਅਦਾਲਤ ਵਿੱਚ ਸੋਮਵਾਰ ਤੋਂ ਸ਼ੁਰੂ ਹੋਈ, ਜਦਕਿ ਕੈਨੇਡੀਅਨ ਕਾਰੋਬਾਰੀ ਮਾਈਕਲ ਸਪਾਵਰ ਖਿਲਾਫ ਪੂਰਬੀ ਉੱਤਰੀ ਚੀਨ ਦੇ ਦੇਗਡੋਂਗ ਸ਼ਹਿਰ ਦੀ ਇੱਕ ਅਦਾਲਤ ਵਿੱਚ ਸੁਣਵਾਈ ਸ਼ੁੱਕਰਵਾਰ ਤੋਂ ਸ਼ੁਰੂ ਹੋਈ। ਕੈਨੇਡੀਅਨ ਦੂਤਾਵਾਸ ਦੇ ਉਪ ਪ੍ਰਮੁੱਖ ਜਿਮ ਨਿਕਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਟ੍ਰਾਇਲ ਸ਼ੁਰੂ ਹੋਣ ਦੀ ਜਾਣਕਾਰੀ ਮਿਲੀ ਹੈ, ਪਰ ਅਦਾਲਤ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਅੰਤਰਰਾਸ਼ਟਰੀ ਅਤੇ ਦੋ ਪੱਖੀ ਵਚਨਬੱਧਤਾਵਾਂ ਦੀ ਉਲੰਘਣਾ ਹੈ। ਉਹਨਾਂ ਦੱਸਿਆ ਕਿ ਮਾਈਕਲ ਕੋਬਰਿਗ ਨੂੰ ਗ੍ਰਿਫਤਾਰ ਹੋਏ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਹੁਣ ਉਹਨਾਂ ਖਿਲਾਫ ਮਨਮਰਜ਼ੀ ਨਾਲ ਸੁਣਵਾਈ ਸ਼ੁਰੂ ਕੀਤੀ ਗਈ ਹੈ। ਅਸੀਂ ਦੇਖ ਰਹੇ ਹਾਂ ਕਿ ਅਦਾਲਤੀ ਪ੍ਰਕਿਰਿਆਵਾਂ ਪਾਰਦਰਸ਼ੀ ਨਹੀਂ ਹਨ। ਚੀਨੀ ਸਰਕਾਰ ਨੇ ਗ੍ਰਿਫਤਾਰ ਦੋਹਾਂ ਕੈਨੇਡੀਅਨ ਨਾਗਰਿਕਾਂ ਖਿਲਾਫ ਦੋਸ਼ਾਂ ਦੇ ਬਾਰੇ ਵਿੱਚ ਤਕਰੀਬਨ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਾਈ ਹੈ, ਭਾਵੇਂ ਕਿ ਸਰਕਾਰੀ ਅਖਬਾਰ ਨੇ ਗੁਪਤ ਜਾਣਕਾਰੀਆਂ ਚੋਰੀਆਂ ਕਰਨ ਅਤੇ ਇਹਨਾਂ ਨੂੰ ਵਿਦੇਸ਼ ਭੇਜਣ ਦੇ ਦੋਸ਼ ਲਗਾਏ ਨੇ। ਕੌਮਾਂਤਰੀ ਪੱਧਰ ਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ 'ਚ ਲੋੜੀਂਦੇ 38 ਸਾਲਾ ਬਰਤਾਨਵੀ ਨਾਗਰਿਕ ਕਿਸ਼ਨ ਸਿੰਘ ਨੂੰ ਯੂਕੇ ਨੇ ਭਾਰਤ ਹਵਾਲੇ ਕਰ ਦਿੱਤਾ ਹੈ। ਕਿਸ਼ਨ ਸਿੰਘ ਦਾ ਪਿਛੋਕੜ ਰਾਜਸਥਾਨ ਨਾਲ ਸੰਬੰਧਿਤ ਹੈ। ਉਸ ਨੂੰ ਮੈਟਰੋਪੋਲੀਟਨ ਪੁਲਿਸ ਨੇ ਭਾਰਤ ਤੋਂ ਯੂਕੇ ਗਈ ਟੀਮ ਨੂੰ ਸੌਂਪ ਦਿੱਤਾ ਹੈ। ਭਾਰਤ ਤੋਂ ਗਈ ਟੀਮ ਨੇ ਉਸ ਦੀ ਹੀਥਰੋ ਹਵਾਈ ਅੱਡੇ ਤੇ ਹਵਾਲਗੀ ਲਈ ਅਤੇ ਐਤਵਾਰ ਦੇਰ ਸ਼ਾਮ ਭਾਰਤ ਪਹੁੰਚੇ। ਜ਼ਿਕਰ ਖਾਸ ਹੈ ਕਿ ਮੁਲਜ਼ਮ ਤੇ ਰਸਾਇਣਿਕ ਡਰੱਗ ਜਿਵੇਂ ਕਿ ਮੈਫੇਡਰੋਨ ਅਤੇ ਕੀਟਾਮਾਈਨ 2016 ਤੋਂ 17 ਦੌਰਾਨ ਭਾਰਤ ਵਿੱਚ ਸਪਲਾਈ ਕਰਨ ਦਾ ਦੋਸ਼ ਹੈ।
ਕਿਸ਼ਨ ਸਿੰਘ ਨੂੰ ਲੰਡਨ ਵਿੱਚ ਹਵਾਲਗੀ ਵਾਰੰਟ ਦੇ ਆਧਾਰ ਤੇ ਅਗਸਤ 2018 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। 2 ਸਾਲ ਚੱਲੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਹੁਣ ਯੂਕੇ ਕਿਸ਼ਨ ਸਿੰਘ ਨੂੰ ਭਾਰਤ ਹਵਾਲੇ ਕੀਤਾ ਗਿਆ। ਇਹ ਵੀ ਦੱਸ ਦਈਏ ਕਿ ਪਿਛਲੇ ਸਾਲ ਫਰਵਰੀ ਵਿੱਚ ਯੂਕੇ ਨੇ ਕ੍ਰਿਕਟ ਮੈਚ ਫਿਕਸਿੰਗ ਘੁਟਾਲੇ ਦੇ ਮੁਲਜ਼ਮ ਸੰਜੀਵ ਚਾਵਲਾ ਨੂੰ ਭਾਰਤ ਹਵਾਲੇ ਕੀਤਾ ਸੀ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਵਾਸੀ 2 ਸਕੇ ਭਰਾਵਾਂ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹਨਾਂ ਦੀ ਪਹਿਚਾਣ 25 ਸਾਲਾ ਚੇਤਨ ਢੀਂਡਸਾ ਅਤੇ 23 ਸਾਲਾ ਜੋਬਨ ਢੀਂਡਸਾ ਵਜੋਂ ਹੋਈ ਹੈ, ਜਿਨ੍ਹਾਂ ਦੀਆਂ ਸੜੀਆਂ ਲਾਸ਼ਾਂ ਬੀਤੀ ਸਵੇਰ ਨੂੰ ਇੱਕ ਅੱਗ ਨਾਲ ਸੜੇ ਹੋਏ ਕਾਰ 'ਚੋਂ ਮਿਲੀਆਂ। ਇਸ ਘਟਨਾ ਨੂੰ ਲੋਅਰ ਮੈਨਲੈਂਡ ਵਿੱਚ ਚੱਲ ਰਹੀ ਗੈਂਗ ਹਿੰਸਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਆਰਸੀਐਮਪੀ ਦੇ ਮੁਤਾਬਿਕ ਇਹ ਕਤਲ ਲੋਅਰ ਮੈਨਲੈਂਡ ਵਿੱਚ ਚੱਲ ਰਹੀ ਗੈਂਗ ਹਿੰਸਾ ਨਾਲ ਸੰਬੰਧਿਤ ਨੇ। ਆਰਸੀਐਮਪੀ ਨੇ ਇਹ ਗੱਲ ਵੀ ਆਖੀ ਹੈ ਕਿ ਉਹ ਇਹਨਾਂ ਨੌਜਵਾਨਾਂ ਨੂੰ ਪਹਿਲਾਂ ਤੋਂ ਹੀ ਜਾਣਦੇ ਸੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਡਰੱਗ ਤੇ ਗੈਂਗ ਹਿੰਸਾ ਨਾਲ ਬ੍ਰਿਟਿਸ਼ ਕੋਲੰਬੀਆ ਦਾ ਪੰਜਾਬੀ ਭਾਈਚਾਰਾ ਲੰਮੇ ਸਮੇਂ ਤੋਂ ਪੀੜਤ ਰਿਹਾ ਅਤੇ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਗੈਂਗ ਹਿੰਸਾ ਵਿੱਚ ਇੱਥੇ ਮਾਰੇ ਜਾ ਚੁੱਕੇ ਨੇ। ਫਿਲਹਾਲ ਵਰਲਡ ਨਿਊਜ਼ ਵਿੱਚ ਇੰਨਾ ਹੀ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੀ ਜਾਣਕਾਰੀ ਲਈ ਤੁਸੀਂ ਬਣੇ ਰਹੋ ਸਾਡੇ ਨਾਲ। ਚੰਡੀਗੜ੍ਹ ਟਾਈਮ ਟੀਵੀ ਤੇ। ਧੰਨਵਾਦ।